ਜਿਨੇ ਲਿਖੇ ਤਿਸ ਸਿਰ ਨਾਹੀ। ਜਿਵ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਜੇਤਾ ਕੀਤਾ ਤੇਤਾ ਨਾਉ। ਬਿਨ ਨਾਵੈ ਨਾਹੀ ਕੋ ਥਾਉ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗਿਆਨ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤਰਸ ਕਰਕੇ ਪਾਈ ਹੈ। ਸੋ ਆਓ ਰੋਜ਼ ਦੇ ਵਾਂਗ ਹੀ ਆਪਾਂ ਗੁਰਬਾਣੀ ਦਾ ਲਾਹਾ ਖੱਟੀਏ, ਪਿਆਰ ਸਹਿਤਾ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਤਿਲੰਗ ਰਾਗ ਦੇ ਵਿੱਚ 723 ਅੰਗ ਤੋਂ ਸ਼ੁਰੂ ਹੋ ਕੇ 724 ਅੰਗ ਤੱਕ ਸਮਾਪਤ ਹੋ ਜਾਂਦਾ ਹੈ। ਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਰਾ ਲੱਭਣਾ, ਉਸ ਪਰਮਾਤਮਾ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਆਸਰਾ ਲੱਭਣਾ, ਟੇਕ ਲੱਭਣੀ, ਉਹਨੂੰ ਇੱਕ ਮੂਰਖਤਾ ਹੀ ਆਖਿਆ ਹੈ। ਕਿਉਂਕਿ ਉਹਦੇ ਤੋਂ ਬਿਨਾਂ ਦੂਜਾ ਹੈ ਹੀ ਨਹੀਂ ਕੋਈ। ਉਹੀ ਕਰਤਾਰ ਆ, ਜਿਹਦੇ ਕੀਤਿਆਂ ਸਭ ਕੁਝ ਹੁੰਦਾ ਹੈ। ਸਾਡੇ ਅੰਦਰ ਉਹਦਾ ਹੀ ਤਾਣ ਹੈ, ਸਾਡੇ ਅੰਦਰ ਉਹਦਾ ਹੀ ਮਾਣ ਹੈ, ਉਹਦਾ ਹੀ ਸਹਾਰਾ ਹੈ। ਸਦਾ ਸਦਾ ਸਾਨੂੰ ਇੱਕ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਕਰਕੇ ਉਹਨੂੰ ਸਿਮਰ ਸਿਮਰ ਕੇ ਕਈ ਉਹਦੇ ਜਨ ਜਿਹੜੇ ਨੇ ਤਰ ਗਏ ਨੇ। ਜੋ ਦਿਸ ਰਿਹਾ ਸਭ ਵਾਹਿਗੁਰੂ ਦਾ ਹੀ ਰੂਪ ਹੈ। ਵੱਡੇ ਭਾਗਾਂ ਦੇ ਨਾਲ ਐਸੇ ਕਰਮ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਵਿੱਚ ਬੰਦਗੀ ਹੁੰਦੀ ਆ, ਉਹਦੀ ਯਾਦ ਹੁੰਦੀ ਆ। ਜਿਨ੍ਹਾਂ ਨੇ ਜਪਿਆ ਹੈ ਉਸ ਨੂੰ ਮਨ ਚਿੱਤ ਕਰਕੇ ਉਹਨਾਂ ਤੋਂ ਸਦਕੇ ਜਾਂਦੇ ਨੇ ਗੁਰੂ ਅਰਜਨ ਦੇਵ ਜੀ। ਕਿਉਂਕਿ ਉਹਨਾਂ ਦੇ ਸੰਗ ਕਈ ਤਰੇ ਨੇ, ਉਹ ਇਕੱਲੇ ਨਹੀਂ ਤਰੇ। ਐਸਿਆਂ ਸੰਤਾਂ ਦੀ ਧੂੜੀ ਲਈ ਅਰਦਾਸ ਬੇਨਤੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਆ ਕਿ ਹੇ ਮੇਰੇ ਮਾਲਕ ਜੀ, ਮੈਨੂੰ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਬਖਸ਼ਦਾ ਰਹੀ। ਇਹਨਾਂ ਤੋਂ ਹੀ ਮੈਨੂੰ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਤਰੀਕਾ ਸਮਝ ਆਇਆ ਹੈ।
ਸੋ ਆਓ, ਇਹ ਮਹਾਰਾਜ ਨੇ ਸੰਖੇਪ ਦੇ ਵਿੱਚ ਆਪਾਂ ਵਿਚਾਰ ਕੀਤੀ ਆ, ਇਹਨੂੰ ਵਿਸਥਾਰ ਦੇ ਨਾਲ ਵਿਚਾਰਦੇ ਹਾਂ, ਕਿਉਂਕਿ ਦੁਨੀਆ ਵਿੱਚ ਜਿਉਣ ਲਈ ਹਰ ਬੰਦੇ ਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ। ਬਿਨਾਂ ਸਹਾਰੇ ਤੋਂ ਉਹ ਜਿਉ ਨਹੀਂ ਸਕਦਾ। ਪੁੱਤਰਾਂ ਨੂੰ ਮਾਂ ਪਿਓ ਦਾ, ਧੀਆਂ ਨੂੰ, ਬੇਟੀਆਂ ਨੂੰ ਮਾਪਿਆਂ ਦਾ ਸਹਾਰਾ ਹੁੰਦਾ। ਮਾਂ ਪਿਓ ਨੂੰ ਆਪਣੀ ਔਲਾਦ ਦਾ ਸਹਾਰਾ ਹੁੰਦਾ। ਕਈਆਂ ਨੂੰ ਦੌਲਤ ਦਾ ਸਹਾਰਾ ਹੁੰਦਾ, ਪੈਸੇ ਦਾ ਆਸਰਾ ਹੁੰਦਾ। ਇੱਦਾਂ ਮਨੁੱਖ ਆਸਰਾ ਲੱਭਦਾ ਹੈ, ਸਹਾਰੇ ਲੱਭਦਾ ਜ਼ਿੰਦਗੀ ਨੂੰ ਜਿਉਣ ਲਈ, ਆਸਾਂ, ਉਮੀਦਾਂ, ਸੁਪਨੇ ਸਜਾਉਂਦਾ ਹੈ। ਕਹਿੰਦਾ ਹੈ ਜਬ ਲਗ ਸਾਸ, ਜਦੋਂ ਤੱਕ ਸਾਸ ਆ, ਸਵਾਸ ਆ, ਸਾਹ ਚੱਲਦੇ ਨੇ ਭਾਵ ਕਿ ਤਬ ਤੱਕ ਆਸ, ਉਦੋਂ ਤੱਕ ਤਾਂ ਆਸ ਰਹੂਗੀ। ਕਿਸੇ ਨਾ ਕਿਸੇ ਤੋਂ ਉਮੀਦ ਬਣੀ ਰਹੇਗੀ। ਪਰ ਗੁਰੂ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਲੜਾਈਆਂ ਉਮੀਦ ਹੀ ਆ ਜਿਹੜੀ ਹਾਰ ਜਾਂਦੀ ਆ। ਅੰਤ ਦੇ ਵਿੱਚ ਜ਼ਿੰਦਗੀ ਵੀ ਬੰਦੇ ਦੇ ਨਾਲ ਰੁੱਸ ਜਾਂਦੀ ਆ। ਅੰਤ ਦੇ ਵਿੱਚ ਜ਼ਿੰਦਗੀ ਵੀ ਬੰਦੇ ਦੇ ਨਾਲ ਰੁੱਸ ਜਾਂਦੀ ਆ। ਇਹ ਸਦਾ ਨਹੀਂ ਰਹਿੰਦੀ। ਪਰ ਜਦੋਂ ਤੱਕ ਜਾਨ ਹੈ, ਜਦੋਂ ਤੱਕ ਸਵਾਸ ਨੇ, ਉਦੋਂ ਫਿਰ ਕਿਹਦਾ ਆਸਰਾ ਲਈਏ? ਲੋਕਾਂ ਦਾ ਸਹਾਰਾ ਲੈਂਦੇ ਹਾਂ। ਤਿਲ ਜਿੰਨਾ ਦੇ ਕੇ ਪਹਾੜ ਜਿੰਨਾ ਜਿਤਾਉਂਦੇ ਨੇ। ਥੋੜ੍ਹਾ ਜਿਹਾ ਗੁਣ ਕਰਕੇ ਕਿਸੇ 'ਤੇ ਜਿਤਨਾ ਸਮਾਂ ਉਹ ਚਾਰ ਬੰਦਿਆਂ ਵਿੱਚ ਬੈਠ ਕੇ ਸੁਣਾ ਨਹੀਂ ਦਿੰਦੇ, ਉਤਨਾ ਸਮਾਂ ਉਹਨਾਂ ਨੂੰ ਟੇਕ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ। ਪਰਮਾਤਮਾ ਕੁਝ ਹੋਰ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਉਹ ਬਹੁਤ ਦੇ ਕੇ ਇੱਕ ਤਿਲ ਦੇ ਦਾਣੇ ਜਿੰਨਾ ਵੀ ਜਿਤਾਉਂਦਾ ਨਹੀਂ ਹੈਗਾ। ਲੋਕ ਤਿਲ ਜਿੰਨਾ ਗੁਣ ਕਰਕੇ ਕਿਸੇ 'ਤੇ ਜਿਤਾਉਂਦੇ ਬਹੁਤ ਨੇ। ਗੁਰੂ ਮਹਾਰਾਜ ਬਹੁਤ ਪਰਉਪਕਾਰ ਕਰਕੇ ਜਿਤਾਉਂਦੇ ਨਹੀਂ ਹੈਗੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਤਲੰਗ ਘਰ ਦੂਜਾ ਮਹੱਲਾ ਪੰਜਵਾ। ਤਲੰਗ ਰਾਗ ਹੈ, ਦੂਜੇ ਘਰ ਵਿੱਚ ਇਹਨੂੰ ਗਾਉਣਾ ਹੈ। ਮਹੱਲਾ ਪੰਜਵਾਂ ਤੋਂ ਭਾਵ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ। ਤੁਧ ਬਿਨ ਦੂਜਾ ਨਾਹੀਂ ਕੋਇ। ਤੇਰੇ ਤੋਂ ਬਿਨਾਂ ਮੈਂ ਹੋਰ ਕੋਈ ਦੂਜੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਸਰਾ ਨਹੀਂ ਬਣਾਇਆ, ਸਹਾਰਾ ਨਹੀਂ ਬਣਾਇਆ। ਤੇਰੇ ਤੋਂ ਬਿਨਾਂ ਮੈਂ ਹੋਰ ਕਿਸੇ ਅੱਗੇ ਅਰਦਾਸ ਨਹੀਂ ਕੀਤੀ, ਦੁਆ ਨਹੀਂ ਕੀਤੀ, ਬੇਨਤੀ ਨਹੀਂ ਕੀਤੀ, ਅਰਜ਼ੋਈ ਨਹੀਂ ਕੀਤੀ। ਤੂੰ ਕਰਤਾਰ ਕਰਹਿ ਸੋ ਹੋਏ। ਕਿਉਂਕਿ ਦੂਜਾ ਤਾਂ ਉਹਨੂੰ ਬਦਲ ਨਹੀਂ ਸਕਦਾ ਨਾ। ਸਭ ਦਾ ਕਰਤਾ ਧਰਤਾ ਤੂੰ ਹੀ ਹੈ। ਸ਼ਬਦ ਗੁਰੂ, ਸ਼ਬਦ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ। ਸ਼ਬਦਾਂ ਨਾਲ ਹੀ ਸੰਸਾਰ ਦੇ ਨਾਲ ਸੰਬੰਧ ਜੁੜਦਾ ਹੈ। ਸ਼ਬਦ ਦੇ ਦੁਆਰਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਗੁਰੂ, ਮੈਂ ਸ਼ਬਦ ਗੁਰੂ ਅੱਗੇ ਬੇਨਤੀ ਕੀਤੀ ਹੈ, ਕਿਉਂਕਿ ਕਰਤਾਰ ਹੀ, ਵਾਹਿਗੁਰੂ ਹੀ ਸਾਰੀਆਂ ਚੀਜ਼ਾਂ ਦਾ ਕਰਤਾ ਧਰਤਾ ਹੈ। ਗੁਰੂ ਮਹਾਰਾਜ ਹੀ ਸਭ ਕਰਨ ਵਾਲੇ ਨੇ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੇਰਾ ਹੀ ਤਾਂ ਜ਼ੋਰ ਹੈ। ਮੇਰੇ ਅੰਦਰ ਜਿਤਨੀ ਵੀ ਪਾਵਰ ਆ ਅੱਖਾਂ ਨੂੰ ਝਪਕਣ ਦੀ, ਮੈਂ ਦਿਲ ਨੂੰ ਨਹੀਂ ਧੜਕਾ ਰਿਹਾ, ਨਸਾਂ 'ਚ ਖੂਨ ਮੈਂ ਨਹੀਂ ਚਲਾ ਰਿਹਾ। ਤੁਰ ਕੇ ਆਉਣਾ ਗੁਰੂ ਘਰੇ ਮੇਰੀ ਸਮਰੱਥਾ ਨਹੀਂ ਸੀ। ਅੱਖ ਝਪਕਣ ਦੇ ਵਿੱਚ ਕੋਈ ਹੋਰ ਸ਼ਕਤੀ ਉਹ ਮਾਲਕ ਦੀ ਹੀ ਕੰਮ ਕਰ ਰਹੀ ਆ। ਨਬਜ਼ ਮੈਂ ਨਹੀਂ ਚਲਾ ਰਿਹਾ, ਇਹ ਆਪੇ ਹੀ ਉਹਦੇ ਦੁਆਰਾ ਚਲਾਈ ਜਾ ਰਹੀ ਹੈ। ਮੈਂ ਸੌਂ ਗਿਆ, ਦਿਲ ਮੈਂ ਨਹੀਂ ਧੜਕਾ ਰਿਹਾ,
ਉਹ ਤੜਕਾ ਰਿਹਾ। ਨਸਾਂ 'ਚ ਖੂਨ ਗਰਦਿਸ਼ ਕਰਦਾ, ਮੈਂ ਨਹੀਂ ਕਰਾ ਰਿਹਾ, ਮੈਂ ਤਾਂ ਸੌਂ ਗਿਆ ਸੀ। ਉਹਨੇ ਸਭ ਕੀਤਾ ਹੈ ਇਹ ਪ੍ਰੋਸੈਸ, ਉਹਦਾ ਹੀ ਜ਼ੋਰ ਹੈ, ਤੇਰਾ ਜ਼ੋਰ, ਤੇਰੀ ਮਨ ਟੇਕ। ਇਹ ਸਭ ਟੇਕ ਵੀ ਮੇਰੀ ਤੇਰੇ ਤੇ ਹੀ ਆ ਵਾਹਿਗੁਰੂ। ਭਾਵ ਕਿ ਮੇਰਾ ਆਸਰਾ ਵੀ ਤੂੰ ਹੈ, ਮੇਰੇ ਚਤਾਨ ਵੀ ਤੇਰਾ ਹੀ ਆ। ਅੱਖ ਝਪਕਣਾ ਮੇਰੇ ਵੱਸ ਵਿੱਚ ਨਹੀਂ, ਜੇ ਤੂੰ ਚਾਹੇਂ ਤੇ ਅੱਖ ਝਪਕੇਗੀ, ਨਹੀਂ ਸਦਾ ਵਾਸਤੇ ਮੈਂ ਸੌ ਜਾਵਾਂਗਾ। ਸਦਾ ਸਦਾ ਜਪ ਨਾਨਕ ਏਕ। ਜੋ ਸਭ ਦਾ ਮਾਲਕ ਹੈ, ਸਾਨੂੰ ਬਣਾਉਣ ਵਾਲਾ, ਉਹਨੂੰ ਸਿਮਰ ਸਿਮਰ ਸਿਮਰ। ਉਹ ਇੱਕ ਹੀ ਆ, ਜਿੱਤੋਂ ਸੰਸਾਰ ਦੀ ਉਤਪਤੀ, ਪਾਲਣਾ ਤੇ ਵਿਨਾਸ਼ ਹੁੰਦਾ, ਉਹ ਇੱਕ ਹੀ ਆ। ਤੂੰ ਇੱਕ ਦੇ ਨਾਲ ਜੁੜ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਸਾਰਿਆਂ ਦੇ ਉੱਪਰ ਪਾਰ ਬ੍ਰਹਮ ਦੀ ਹੀ ਸ਼ਕਤੀ ਕੰਮ ਕਰਦੀ ਆ, ਉਹ ਦਾਤਾਰ ਦੀ। ਤੇਰੀ ਟੇਕ ਤੇਰਾ ਆਧਾਰ। ਭਗਤਾਂ ਨੂੰ ਤੇਰੀ ਹੀ ਟੇਕ ਹੁੰਦੀ ਆ, ਭਗਤਾਂ ਨੂੰ ਇੱਕ ਤੇਰਾ ਹੀ ਸਹਾਰਾ ਹੁੰਦਾ ਹੈ। ਇਸ ਕਰਕੇ ਉਹ ਤੇਰੇ ਅੱਗੇ ਹੀ ਅਰਜ਼ੋਈਆਂ ਕਰਦੇ ਨੇ, ਹੋਰਾਂ ਦੇ ਦਰ 'ਤੇ ਜਾ ਕੇ ਨਹੀਂ ਝੁਕਦੇ। ਇੱਕ ਨਾਲ ਜੁੜਿਆਂ ਸ਼ਾਂਤੀ ਆ। ਬਹੁਤੀਆਂ ਚੀਜ਼ਾਂ ਨਾਲ ਜੁੜਿਆਂ ਬਹੁਤੇ ਸਵਾਰ ਕਿਸ਼ਤੀਆਂ ਦੇ ਡੁੱਬ ਜਾਂਦੇ ਨੇ, ਅਤੇ ਬਹੁਤੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਖੁਆਰ ਕਰਦੀਆਂ ਨੇ। ਇੱਕ ਨਾਲ ਜੁੜ ਕੇ ਆਹ ਕਲ ਕਲੇਸ਼ ਤੋਂ, ਦੁਬਿਧਾ ਤੋਂ ਬੰਦਾ ਦੂਰ ਹੋ ਜਾਂਦਾ ਹੈ। ਪੜ੍ਹ ਰਿਹਾ ਸੀ ਮੈਂ ਕਿਸੇ ਇੱਕ ਫਕੀਰ ਦੀ ਗਾਥਾ, ਵੱਧ ਸਮਝ ਜਾਵਾਂਗੇ। ਹੋਰ ਵੀ ਇੱਦਾਂ ਇੱਕ ਤਰੀਕਾ ਹੀ ਹੁੰਦਾ ਕਹਿਣ ਦਾ, ਇਹ ਉਦਾਹਰਨ ਹੁੰਦੀ ਹੈ। ਇੱਕ ਗਾਥਾ ਹੈ ਇੱਕ ਫਕੀਰ ਦੀ, ਤੇ ਕਿਸੇ ਦੇ ਘਰੇ ਬੂਹੇ 'ਤੇ ਗਿਆ, ਅਲਖ ਜਗਾਉਣ ਵਾਸਤੇ, ਭਿੱਖਿਆ ਮੰਗਣ ਵਾਸਤੇ। ਘਰ ਦੇ ਵਿੱਚ ਇੱਕ ਬੀਬੀ ਸੀ, ਮਾਈ ਸੀ ਇੱਕ, ਉਹ ਮਿਰਚਾਂ ਕੁੱਟ ਰਹੀ ਸੀ। ਪੁਰਾਣਾ ਜ਼ਮਾਨਾ, ਅੱਜ ਦੇ ਵਾਂਗ ਆ ਮਸ਼ੀਨਾਂ ਨਹੀਂ ਸੀ ਜਿਹੜੀਆਂ ਬੜੀ ਛੇਤੀ ਗ੍ਰੈਂਡ ਕਰ ਦੇਣ। ਮਿਰਚਾਂ ਕੁੱਟਣੀਆਂ, ਕੂੰਡੇ ਵਿੱਚ ਪਾ ਕੇ ਉੱਤੇ ਲੂਣ ਪਾਉਣਾ, ਉੱਪਰੋਂ ਉਹਨੂੰ ਬਹੁਤ ਜ਼ੋਰ ਦੇ ਨਾਲ ਕੁੱਟਣਾ, ਘੋਟਣਾ ਲੈ ਕੇ, ਫਿਰ ਉਹ ਕਿਤੇ ਜਾ ਕੇ ਉਹਨਾਂ ਦਾ ਚੂਰਾ ਬਣਦਾ ਸੀ, ਗ੍ਰੈਂਡ ਹੁੰਦੀਆਂ ਸੀ। ਉਹ ਆਪਣੇ ਧਿਆਨ ਦੇ ਵਿੱਚ ਸੀ, ਸਾਧੂ ਖੜਾ ਸੀ, ਦੇਖੀ ਜਾ ਰਿਹਾ ਇਹ ਕਰ ਕੀ ਰਹੀ ਆ। ਕੁੱਟਣ ਲੱਗੀ ਮਿਰਚਾਂ, ਤੇ ਉਹਨੇ ਵੰਗਾਂ ਪਾਈਆਂ ਹੋਈਆਂ ਸੀ ਹੱਥ ਵਿੱਚ, ਸੱਜੇ 'ਚ ਵੀ ਤੇ ਖੱਬੇ 'ਚ ਵੀ। ਜਦੋਂ ਉਹ ਕੁੱਟਣ ਲੱਗਦੀ ਆ ਮਿਰਚਾਂ, ਤੇ ਉਹ ਖੜਕਾ ਕਰਦੀਆਂ ਨੇ, ਆਪਸ ਵਿੱਚ ਟਕਰਾਉਂਦੀਆਂ ਨੇ। ਉਹਨੇ ਉਤਾਰ ਦਿੱਤੀਆਂ, ਫਿਰ ਵੀ 2 ਵੰਗਾਂ ਸੱਜੇ 2 ਖੱਬੇ ਇਹ ਰੱਖ ਲਈਆਂ ਕਿ ਚੱਲ 2 ਨੇ। ਜਦੋਂ ਫਿਰ ਕੁੱਟਣ ਲੱਗੀ ਤੇ ਫਿਰ ਉਹ ਅਜੇ ਵੀ ਖੜਕਾ ਕਰ ਰਹੀਆਂ ਨੇ, ਅਜੇ ਵੀ। ਇਹਨੇ ਜਿਹੜੀਆਂ 2 ਪਹਿਨੀਆਂ ਸੀ ਉਹਨਾਂ ਵਿੱਚੋਂ ਇੱਕ ਉਤਾਰ ਦਿੱਤੀ ਆ, ਇੱਕ ਵੰਗ ਹੱਥ ਵਿੱਚ ਰਹਿ ਗਈ ਇਹਦੇ। ਹੁਣ ਇਹਨੇ ਮਿਰਚਾਂ ਕੁੱਟੀਆਂ ਤੇ ਹੁਣ ਨਹੀਂ ਖੜਕਾ ਹੋ ਰਿਹਾ। ਸਾਧੂ ਜਿਹੜਾ ਦੇਖ ਰਿਹਾ ਸਭ ਕੁਝ ਕੌਤਕ, ਫਿਰ ਉਹਨੇ ਆਵਾਜ਼ ਦਿੱਤੀ ਆ, ਅਲਖ ਨਿਰੰਜਨ। ਤੇ ਮਾਤਾ ਜੀ ਘਰ ਵਿੱਚ ਜਾਂਦੇ ਨੇ ਰਸੋਈ 'ਚ ਅੰਦਰ, ਤੇ ਉਹਨਾਂ ਨੂੰ ਇੱਕ ਆਟਾ ਜਿਹੜਾ ਕੌਲੇ ਦਾ ਭਰ ਕੇ, ਕੌਲਾ ਜਿਹੜਾ ਆਟੇ ਦਾ ਭਰ ਕੇ ਤੇ ਭਿੱਖਿਆ ਵਿੱਚ ਪਾ ਦਿੰਦੇ ਨੇ। ਤੇ ਬਜ਼ੁਰਗ ਮਾਤਾ ਕਹਿੰਦੀ ਆ, ਸਾਧੂ ਜੀ ਕੋਈ ਰੱਬ ਦੀ ਗੱਲ ਹੀ ਸੁਣਾ ਦਿਓ, ਤੁਸੀਂ ਉਸ ਦੇ ਦਰ ਦੇ ਫਕੀਰ ਹੋ, ਕਿਰਪਾ ਕਰੋ ਮੇਰੇ ਤੇ ਤਰਸ ਕਰੋ ਮੇਰੇ ਤੇ, ਕੋਈ ਮੈਨੂੰ ਸਿੱਖਿਆ ਹੀ ਦੇ ਜਾਵੋ, ਕੁਝ ਸਿਖਾ ਜਾਵੋ ਜ਼ਿੰਦਗੀ ਦਾ ਰਾਜ। ਫਕੀਰ ਕਹਿਣ ਲੱਗਾ, ਮਾਤਾ ਜੀ ਮੈਂ ਕੀ ਤੁਹਾਨੂੰ ਸਿਖਾਉਣਾ, ਮੈਂ ਤਾਂ ਅੱਜ ਤੁਹਾਡੇ ਤੋਂ ਸਿੱਖ ਕੇ ਚੱਲਿਆ ਹਾਂ। ਜ਼ਿੰਦਗੀ ਦਾ ਇੱਕ ਭੇਤ, ਜ਼ਿੰਦਗੀ ਦਾ ਇੱਕ ਰਾਜ, ਸਦਾ ਸਦਾ ਜਪ ਨਾਨਕ ਏਕ। ਮਾਈ ਕਹਿਣ ਲੱਗੀ, ਮੈਂ ਤਾਂ ਕੁਝ ਕਿਹਾ ਵੀ ਨਹੀਂ ਅਜੇ, ਆਪਣੀ ਤਾਂ ਵਾਰਤਾਲਾਪ ਵੀ ਨਹੀਂ ਹੋਈ, ਤੁਸੀਂ ਮੇਰੇ ਤੋਂ ਕਿਵੇਂ ਸਿੱਖ ਲਿਆ। ਸਿੱਖਣਾ ਹੋਵੇ ਜਿਨ੍ਹਾਂ ਨੇ,
ਉਹ ਘਾਹ ਤੋਂ ਵੀ ਸਿੱਖ ਲੈਂਦੇ ਨੇ। ਜਿੰਨਾ ਸਿੱਖਣਾ ਹੋਵੇ ਉਹ ਦੁਸ਼ਮਣਾਂ ਤੋਂ ਵੀ ਸਿੱਖ ਲੈਂਦੇ ਨੇ, ਜਿੰਨਾ ਨਹੀਂ ਸਿੱਖਣਾ ਗੁਰੂ ਤੋਂ ਵੀ ਸਿੱਖ ਨਹੀਂ ਪਾਉਂਦੇ। ਕਹਿਣ ਲੱਗਾ ਉਹ ਸਾਧੂ ਕਿ ਬਜ਼ੁਰਗ ਮਾਤਾ ਨੂੰ, ਕਹਿੰਦੇ ਮਾਈ ਜਦੋਂ ਤੂੰ ਮਿਰਚਾਂ ਕੁੱਟਦੀ ਸੀ ਕੁੰਡੇ ਵਿੱਚ ਪਾ ਕੇ, ਤੇਰੀਆਂ ਵੰਗਾਂ ਪਹਿਨੀਆਂ ਹੋਈਆਂ ਛਣਕੀਆਂ ਨੇ, ਮੈਂ ਦੇਖ ਰਿਹਾ ਸੀ, ਮੈਂ ਬਹੁਤ ਸਮੇਂ ਤੋਂ ਦੇਖ ਰਿਹਾ, ਤੂੰ ਧਿਆਨ ਨਹੀਂ ਦਿੱਤਾ। ਮੈਂ ਤੇਰੇ ਬੂਹੇ ਵਿੱਚ ਖੜ ਕੇ ਦੇਖ ਰਿਹਾ, ਤੂੰ ਆਪਣੇ ਧਿਆਨ 'ਚ ਮਗਨ ਹੋਈ ਸੀ। ਤੂੰ ਇੱਕ ਇੱਕ ਕਰਕੇ ਤੇ ਉਤਾਰਦੀ ਗਈ, ਸਾਰੀਆਂ ਵੰਗਾਂ ਉਤਾਰੀਆਂ, ਇੱਕ ਵੰਗ ਛੱਡ ਦਿੱਤੀ। ਫਿਰ ਉਹਨਾਂ ਦੇ ਖੜਕਣ ਦੇ ਨਾਲ ਜਿਹੜੀ ਆਵਾਜ਼ ਆਉਂਦੀ ਸੀ ਉਹ ਹਟ ਗਈ। ਪਹਿਲੀਆਂ ਵੰਗਾਂ ਟਕਰਾਉਂਦੀਆਂ ਸੀ, ਗਿਣਤੀ ਬਾਹਲੀ ਸੀ। ਮੈਨੂੰ ਜ਼ਿੰਦਗੀ ਦਾ ਇਹ ਭੇਤ ਮਿਲਿਆ, ਜਿਤਨਾ ਸਮਾਂ ਸਾਡੇ ਮਨ ਦੇ ਅੰਦਰ ਇੱਕ ਤੋਂ ਇਲਾਵਾ ਹੋਰ ਬੜਾ ਕੁਝ ਹੁੰਦਾ ਹੈ, ਬਹੁਤ ਕੁਝ ਹੁੰਦਾ ਹੈ। ਬਾਲਿਆਂ 'ਤੇ ਟੇਕ ਹੁੰਦੀ ਆ, ਉਹ ਜਿਵੇਂ ਵੰਗਾਂ ਟਕਰਾਉਂਦੀਆਂ ਨੇ ਆਪਸ ਵਿੱਚ, ਚੂੜੀਆਂ ਟਕਰਾਉਂਦੀਆਂ ਨੇ, ਖੜਕਾ ਹੁੰਦਾ, ਇਵੇਂ ਕੱਲ ਕਲੇਸ਼ ਬਣੇ ਰਹਿੰਦੇ ਨੇ ਜਿਤਨਾ ਸਮਾਂ ਇੱਕ ਦੇ ਨਾਲ ਨਾ ਜੁੜੀਏ। ਵੰਗ ਇੱਕ ਹੋਈ ਤੇ ਖੜਕੇ ਬੰਦ, ਇੱਕ ਨਾਲ ਜੁੜਿਆ ਖੜਾਕ ਬੰਦ, ਇੱਕ ਨਾਲ ਜੁੜਿਆ ਕਲੇਸ਼ ਬੰਦ, ਇੱਕ ਨਾਲ ਜੁੜਿਆ ਸਾਰੇ ਦੁਬਿਧਾ ਖਤਮ ਹੋ ਜਾਂਦੀ ਆ। ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਕਿਹਾ, ਸਦਾ ਸਦਾ ਜਪ ਨਾਨਕ ਏਕ। ਤੂੰ ਸਦਾ 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 ਹੀ ਇੱਕ ਨੂੰ ਜਪ, ਦੋ ਨੂੰ ਨਹੀਂ ਆਖਿਆ। ਦੋਆਂ ਨੂੰ ਜਪੋਗੇ ਤੇ ਉਹ ਦੋਵਾਂ ਦੇ ਵਿੱਚੋਂ ਚਾਰ ਬਣ ਜਾਣਗੇ। ਵੰਗਾਂ ਦੇ ਵਾਂਗ ਜ਼ਿੰਦਗੀ ਖੜਕਦੀ ਰਹੇਗੀ, ਛਣਕਦੀ ਰਹੇਗੀ, ਟਿਕਾ ਨਹੀਂ ਆਵੇਗਾ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੂੰ ਹੈ, ਤੂੰ ਹੋਵਨਹਾਰ, ਤੂੰ ਤਾਂ ਸਦਾ ਹੀ ਰਹਿਣਾ ਹੈ। ਅੱਜ ਵੀ ਜਦੋਂ ਮੈਂ ਨਹੀਂ ਸੀ ਵਾਹਿਗੁਰੂ, ਤੂੰ ਉਦੋਂ ਵੀ ਸੀ। ਮੈਂ ਅੱਜ ਹਾਂ, ਤੂੰ ਅੱਜ ਵੀ ਹੈ। ਜਦੋਂ ਮੈਂ ਨਹੀਂ ਹੋਵਾਂਗਾ ਤੇ ਤੂੰ ਤਾਂ ਉਦੋਂ ਵੀ ਹੋਵੇਂਗਾ। ਹੈ, ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਤੂੰ ਬੜਾ ਹੀ ਅਗਮ ਹੈ, ਪਹੁੰਚ ਤੋਂ ਪਰੇ ਆ, ਅਗਾਧ ਹੈ, ਊਚ ਹੈ, ਉੱਚਾ ਹੈ, ਅਪਾਰ ਹੈ, ਤੇਰਾ ਪਾਰ ਨਹੀਂ ਪਾਇਆ ਜਾ ਸਕਦਾ। ਜੋ ਤੁਧ ਸੇਵੇ ਤਿਨ ਭਉ ਦੁੱਖ ਨਾਹੀਂ। ਜਿਹੜੇ ਤੈਨੂੰ ਯਾਦ ਕਰਦੇ ਨੇ ਉਹਨਾਂ ਨੂੰ ਡਰ ਨਹੀਂ ਲੱਗਦਾ। ਤੇਰੇ ਸੇਵਕ ਕੋ ਭਉ ਕਿਛ ਨਾਹੀਂ, ਉਹਨਾਂ ਨੂੰ ਦੁੱਖ ਵੀ ਦੁੱਖ ਨਹੀਂ ਲੱਗਦਾ। ਮਤੀ ਦਾਸ ਜੀ, ਭਾਈ ਸਾਹਿਬ ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਦੇ ਸਰੀਰ ਦੇ 2 ਟੁਕੜੇ ਹੋ ਗਏ। ਦੁੱਖ ਨਹੀਂ ਲੱਗਦਾ, ਬਾਣੀ ਪੜ੍ਹਨੀ ਨਹੀਂ ਛੱਡੀ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਦੁਸ਼ਟਾਂ ਨੇ ਅੱਗ ਲਾ ਦਿੱਤੀ, ਕੋਈ ਪੀੜਾ ਨਹੀਂ, ਧਿਆਨ ਗੁਰੂ ਦੇ ਚਰਨਾਂ ਵਿੱਚ ਆ। ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਕੋਈ ਗਮ ਨਹੀਂ। ਗੁਰੂ ਨਾਨਕ ਦੇ ਚਰਨਾਂ ਦਾ ਆਸਰਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਵੱਲ ਉਹਨਾਂ ਦਾ ਧਿਆਨ ਲੱਗਾ ਹੋਇਆ ਹੈ। ਮਾਈਆਂ ਦੇ ਗਲ ਵਿੱਚ ਬੱਚਿਆਂ ਦੇ ਟੋਟੇ ਕਰਕੇ ਪਾ ਦਿੱਤੇ, ਨੇਜਿਆਂ 'ਤੇ ਟੰਗ ਦਿੱਤੇ, ਪੁੱਠੀਆਂ ਖੱਲਾਂ ਕਰਕੇ, ਪੁੱਠੇ ਕਰਕੇ ਖੱਲਾਂ ਲਹਾਈਆਂ ਨੇ। ਬਿਲਕੁਲ ਵੀ ਕੋਈ ਗਮ ਨਹੀਂ। ਜੋ ਤੁਧ ਸੇਵੇ, ਜਿਨ੍ਹਾਂ ਨੇ ਤੈਨੂੰ ਯਾਦ ਕੀਤਾ ਹੈ, ਤਿੰਨਾਂ ਨੂੰ ਭਉ ਮੌਤ ਦਾ ਵੀ ਡਰ ਨਹੀਂ, ਦੁੱਖ ਨਾਹੀਂ, ਕੋਈ ਦੁੱਖ ਨਹੀਂ ਹੈ। ਉਹਨਾਂ ਦੀ ਜਿਹੜੀ ਜ਼ਿੰਦਗੀ ਆ ਤੈਨੂੰ ਯਾਦ ਕਰਦਿਆਂ ਬੀਤੀ ਆ। ਹੋਰ ਸਮਝ ਆਵੋਗੇ ਇਸ ਤਰੀਕੇ ਨਾਲ। ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨ ਆਇਓ ਹਾਥ, ਪੀਸਤ ਚਾਬਿਆ, ਸੋਈ ਨਿਭਿਆ ਸਾਥ। ਕਬੀਰ ਸਾਹਿਬ ਜੀ ਆਪਣੀ ਜ਼ਿੰਦਗੀ ਵਿੱਚ ਇੱਕ ਗਾਥਾ ਸੁਣਾਉਂਦੇ ਨੇ ਸਲੋਕਾਂ ਦੇ ਜ਼ਰੀਏ। ਕਹਿਣ ਲੱਗੇ, ਇੱਕ ਦਿਨ ਮੈਂ ਐਸਾ ਕੌਤਕ ਦੇਖਿਆ, ਇੱਕ ਔਰਤ ਸੀ, ਕੋਈ ਬੀਬੀ, ਗਵਾਂਢੀਆਂ ਦੇ ਘਰ ਵਿੱਚ ਗਈ,
ਚੱਕੀ ਉਹਨੇ ਪੀਸੀ ਆ, ਘਰ ਵਿੱਚ ਨਹੀਂ ਸੀ ਆਪਦੇ, ਗਵਾਂਢੀਆਂ ਦੀ ਮਦਦ ਲੈ ਲਈ। ਘਰ ਵਿੱਚ ਕੋਈ ਚੀਜ਼ ਨਹੀਂ ਤੇ ਆਪਾਂ ਆਸਰਾ ਲੱਭਦੇ ਹਾਂ। ਇਸ ਕਰਕੇ ਕਹਿੰਦੇ ਹੁੰਦੇ ਆ, ਗਵਾਂਢੀ ਦੇ ਨਾਲ ਪ੍ਰੇਮ ਬਣਾ ਕੇ ਰੱਖੋ। ਰਿਸ਼ਤੇਦਾਰਾਂ ਨੇ ਤਾਂ ਬਾਅਦ 'ਚ ਆਉਣਾ, ਪਹਿਲਾਂ ਗਵਾਂਢੀ ਆਉਣਗੇ ਦੁੱਖ ਪਏ ਤੋਂ ਤੁਹਾਡੇ ਕੰਮ 'ਚ। ਕਦੇ ਵੀ ਉਹਨਾਂ ਨਾਲ ਵਿਗਾੜੋ ਨਾ। ਸਿਆਣਾ ਬੰਦਾ ਗਵਾਂਢ ਵਿੱਚ ਕਦੇ ਵੀ ਵਿਗਾੜ ਨਹੀਂ ਪਾਉਂਦਾ। ਸਮਝਦਾਰੀ ਇਸੇ 'ਚ ਆ। ਰਿਸ਼ਤੇਦਾਰ ਰੁਕ ਕੇ ਆਉਣਗੇ ਦੁੱਖ ਪਏ ਤੋਂ, ਉਹ ਪਹਿਲਾਂ ਆਉਣਗੇ। ਗਵਾਂਢ ਵਿੱਚ ਜਾ ਕੇ ਚੱਕੀ ਪੀਸੀ ਆ ਤੇ ਆਟਾ ਜਿਹੜਾ ਸੀ ਤੇ ਉਹ ਪੀਟ ਕੇ ਆ ਰਹੀ ਆ ਵਾਪਸ। ਰਸਤੇ ਵਿੱਚ ਚਿੱਕੜ ਬਹੁਤ ਸੀ, ਕੀਚੜ ਆਟਾ ਗਿਰ ਪਰਿਆ। ਗਿਰ ਪਰਿਆ ਦਾ ਮਤਲਬ ਡਿੱਗ ਗਿਆ। ਚਿੱਕੜ ਵਿੱਚ ਪੀਸਿਆ ਹੋਇਆ ਆਟਾ ਉਹਦਾ ਡਿੱਗ ਗਿਆ। ਕਿਛੂ ਨਾ ਆਇਓ ਹਾਥ, ਕੁਝ ਵੀ ਹੱਥ ਨਹੀਂ ਆਇਆ ਉਹਦੇ। ਕਹਿਣ ਲੱਗੀ, ਇਹ ਕੀ ਹੋ ਗਿਆ, ਹੱਦ ਹੋ ਗਈ। ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਕਹਿੰਦੀ ਆਹ ਤਾਂ ਮੇਰੇ ਹੱਥ ਨਹੀਂ ਆਇਆ, ਚਿੱਕੜ 'ਚ ਹੀ ਡਿੱਗ ਗਿਆ ਜਿਹੜਾ ਪੀਸ ਕੇ ਲਿਆਈ ਸੀ। ਚੱਕੀ ਪੀਂਦੀ ਪੀਂਦੀ ਨੇ ਜਿਹੜੇ 4-5 ਦਾਣੇ ਮੂੰਹ 'ਚ ਪਾਲੇ ਸੀ ਉਹੀ ਕੰਮ ਹੀ ਆਏ ਮੇਰੇ। ਭਾਵ ਮੈਂ ਚੱਕੀ ਪੀਸੀ ਗਈ, ਕਣਕ ਪੀਲੀ ਆਟਾ ਬਣਿਆ, ਰਾਜ ਆ ਰਹੀ ਸੀ, ਉਹ ਤਾਂ ਚਿੱਕੜ ਵਿੱਚ ਡਿੱਗ ਗਿਆ, ਹੁਣ ਕੰਮ ਨਹੀਂ ਆਉਣਾ। ਜਿਹੜੀ ਚੱਕੀ ਪੀਂਦੀ ਪੀਂਦੀ ਨੇ 2-4 ਦਾਣੇ ਚਬਾ ਲਏ ਸੀ ਉਹੀ ਬਸ ਮੇਰੇ ਕੰਮ ਆਏ। ਹੁਣ ਕਹਿਣ ਦਾ ਭਾਵ ਕਬੀਰ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਜ਼ਿੰਦਗੀ ਦੇ ਵਿੱਚ ਅਸੀਂ ਕੀ ਕਰਦੇ ਹਾਂ, ਟਾਲ ਮਟੋਲੇ ਕਰਦੇ ਹਾਂ। ਚੱਕੀ ਪੀਂਦਿਆਂ ਪੀਂਦਿਆਂ, ਜ਼ਿੰਦਗੀ ਜਿਉਂਦਿਆਂ ਜਦੋਂ ਉਹ ਮਾਲਕ ਦਾ ਨਾਮ ਲਿਆ ਜਾਵੇ ਉਹੀ ਦਿਨ ਕੰਮ ਦਾ ਹੈ। ਜਦੋਂ ਆਪਾਂ ਉਹਦਾ ਨਾਮ ਨਹੀਂ ਜਪਦੇ, ਉਹ ਸਾਹ ਚਿੱਕੜ ਵਿੱਚ ਡਿੱਗ ਪੈਂਦੇ ਨੇ, ਕਿਸੇ ਕੰਮ ਦੇ ਨਹੀਂ ਰਹਿੰਦੇ। ਜਿਵੇਂ ਉਹ ਆਟਾ ਸੀ, ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਉਹ 4-5 ਦਾਣੇ ਜਿਹੜੇ ਚਬਾ ਗਈ ਚੱਕੀ ਪੀਂਦੀ ਪੀਂਦੀ, ਉਹ ਤਾਂ ਆ ਗਏ ਕੰਮ ਮੇਰੇ। ਜ਼ਿੰਦਗੀ ਜਿਉਂਦਿਆਂ ਹਰ ਦਿਨ 'ਚ ਜਦੋਂ ਤੈਨੂੰ ਯਾਦ ਕੀਤਾ ਮਾਲਕਾ, ਉਹ ਤਾਂ ਸਾਹ ਆ ਗਏ ਕੰਮ ਮੇਰੇ। ਬਾਕੀ ਤੇਰੀ ਯਾਦ ਤੋਂ ਬਿਨਾਂ ਗਫਲਤ ਹੋ ਕੇ ਜਿਹੜੇ ਸਾਹ ਜਿਉਏ ਨੇ, ਉਹ ਆਟਾ ਚਿੱਕੜ 'ਚ ਡਿੱਗ ਪਿਆ, ਕਿਸੇ ਕੰਮ ਨਹੀਂ ਆਇਆ। ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਇਸ ਕਰਕੇ ਜੋ ਤੁਧ ਸੇਵੇ ਤਿਨ ਭਉ ਦੁੱਖ ਨਾਹੀਂ। ਜਿਨ੍ਹਾਂ ਵਾਹਿਗੁਰੂ ਤੈਨੂੰ ਯਾਦ ਕੀਤਾ ਉਹਨਾਂ ਨੂੰ ਡਰ ਨਹੀਂ ਰਿਹਾ। ਕਾਹਦਾ ਡਰ? ਦੁਨੀਆ ਵਿੱਚ ਸਭ ਤੋਂ ਵੱਡਾ ਡਰ ਕੀ ਆ? ਕਬੀਰ ਸਾਹਿਬ ਨੇ ਇਹਨੂੰ ਵੀ ਖੋਲ੍ਹਿਆ ਹੈ। ਦੁਨੀਆ ਵਿੱਚ ਸਭ ਤੋਂ ਵੱਡਾ ਡਰ, ਆਮ ਬੱਚਿਆਂ ਨੂੰ ਦੇਖੀਏ ਪੜ੍ਹਨ ਤੋਂ ਡਰ ਲੱਗਦਾ, ਸਕੂਲ ਨਹੀਂ ਜਾਂਦੇ, 2-4 ਦਿਨ ਰੋਂਦੇ ਨੇ, ਫਿਰ ਹੌਲੀ ਹੌਲੀ ਆਪਾਂ ਬੱਸ 'ਚ ਚੜ੍ਹਾਉਂਦੇ ਹਾਂ ਜਾਂ ਛੱਡ ਆਉਂਦੇ ਹਾਂ, ਗਿੱਝ ਜਾਂਦੇ ਨੇ, ਡਰ ਖਤਮ ਹੋ ਜਾਂਦਾ। ਬੱਚਿਆਂ ਨੂੰ ਡਰ ਹੁੰਦਾ ਸਾਈਕਲ ਚਲਾਉਣ ਸਿੱਖਣ ਦਾ, ਡਿੱਗਦੇ ਨੇ, ਢਹਿੰਦੇ ਨੇ, 1-2 ਵਾਰ ਡਿੱਗਦੇ ਨੇ, ਸਿੱਖ ਜਾਂਦੇ ਨੇ। ਡਰਾਈਵਿੰਗ ਦਾ ਡਰ ਹੁੰਦਾ, ਗੱਡੀ ਚਲਾਉਣ ਦਾ। ਕਈ ਕੰਮ ਕਰਨ ਦੇ ਨਾਲ ਡਰ ਦੂਰ ਹੋ ਜਾਂਦੇ ਨੇ। ਪਰ ਕਬੀਰ ਜਿਸ ਮਰਨੇ ਤੇ ਜਗ ਡਰੈ, ਸਾਰੀ ਦੁਨੀਆ ਇੱਕ ਗੱਲ ਤੋਂ ਡਰਦੀ ਆ, ਉਹ ਆ ਮਰਨਾ, ਉਹ ਆ ਮੌਤ। ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਣੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਤੈਨੂੰ ਸੇਵਿਆ, ਗੁਰੂ ਅਰਜਨ ਦੇਵ ਜੀ ਦੇ ਅੱਜ ਦੇ ਵਾਕ, ਜੋ ਤੁਧ ਸੇਵੇ ਤਿਨ ਭਉ, ਭਉ ਦਾ ਅਰਥ ਆ ਡਰ, ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਦੁੱਖ ਨਾਹੀਂ, ਦੁੱਖ ਵੀ ਨਹੀਂ ਲੱਗਦਾ ਕੋਈ। ਇਹ ਨਹੀਂ ਕਿ ਉਹਨਾਂ ਨੂੰ ਦੁੱਖ ਨਹੀਂ ਆਉਂਦੇ, ਦੁੱਖ ਲੱਗਦਾ ਹੀ ਨਹੀਂ ਹੈਗਾ। ਪਤਾ ਕਿਉਂ? ਸੁੱਖ ਨਹੀਂ ਲੱਗਦਾ।
ਜਿਹਨੂੰ ਹਜੇ ਸੁੱਖ ਸੁੱਖ ਲੱਗਦਾ ਉਹਨੂੰ ਦੁੱਖ ਦੁੱਖ ਲੱਗੂਗਾ, ਜਿਹਨੂੰ ਦੁੱਖ ਦੁੱਖ ਲੱਗਦਾ ਉਹਨੂੰ ਸੁੱਖ ਸੁੱਖ ਲੱਗੂਗਾ। ਜਿਹਨੂੰ ਨਿੰਦਿਆ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ, ਉਸਤਤ ਸੁਣ ਕੇ ਉਹ ਬੰਦਾ ਫੁੱਲੂਗਾ, ਖੁਸ਼ ਵੀ ਹੋਊਗਾ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਦੁੱਖ ਛੱਡਣਾ ਬਹੁਤ ਔਖਾ, ਸੁੱਖ ਛੱਡਣਾ ਵੀ ਬਹੁਤ ਔਖਾ। ਦੁੱਖ 'ਚ ਦੁੱਖ ਦੁਖੀ ਹੋਣਾ ਹਰ ਬੰਦਾ ਹੁੰਦਾ, ਸੁੱਖ 'ਚ ਖੁਸ਼ ਹੋਣਾ ਹਰ ਬੰਦਾ ਹੁੰਦਾ। ਤਾਂ ਹੀ ਦੁੱਖ 'ਚ ਦੁੱਖ ਹੁੰਦਾ ਜੇ ਸੁੱਖ 'ਚ ਖੁਸ਼ੀ ਹੁੰਦੀ। ਇਸ ਕਰਕੇ ਨਿੰਦਿਆ ਸੁਣ ਕੇ ਦੁਖੀ ਹੋਵੋਗੇ, ਉਸਤਤ ਸੁਣ ਕੇ ਫੁੱਲਦੇ ਵੀ ਹੋਵੋਗੇ। ਉਸਤਤ ਸੁਣ ਕੇ ਫੁੱਲਣਾ ਛੱਡ ਦਿਓ, ਨਿੰਦਿਆ ਸੁਣ ਕੇ ਦੁਖੀ ਹੋਣਾ ਆਪੇ ਆ ਜਾਏਗਾ। ਬਾਹਲਾ ਸੁੱਖ ਆ ਜੇ ਪੈਰ ਛੱਡਣੇ ਛੱਡ ਦਿਓ, ਦੁੱਖ ਵਿੱਚ ਵੀ ਦੁੱਖ ਸਹਿਣਾ ਆ ਜਾਏਗਾ। ਸਿੱਕੇ ਦੇ ਦੋਨੇ ਪਾਸੇ ਨੇ, ਇੱਕ ਨਹੀਂ ਛੱਡਣਾ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਦੋਨੇ ਛੱਡੋ। ਉਸਤਤ ਨਿੰਦਾ ਦੋਨੋਂ ਹੀ ਛੱਡੋ। ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਦੁਨੀਆ ਦੇ ਲੋਕ, ਕਬੀਰ ਸਾਹਿਬ ਜੀ ਕਹਿੰਦੇ, ਮੂੜ ਬਹੁਤ ਨੇ, ਅਕਲੋਂ ਹੀਣੇ ਨੇ। ਸਿੱਕਾ ਜੇਬ 'ਚ ਹੁੰਦਾ, ਕਹਿੰਦੇ ਇੱਕ ਪਾਸਾ ਸਿੱਟ ਦੀਏ, ਇੱਕ ਬਚਾ ਲਈਏ। ਜ਼ਿੰਦਗੀ ਬਚਾ ਲਈਏ, ਮੌਤ ਸੁੱਟ ਦੀਏ। ਜ਼ਿੰਦਗੀ ਦੇ ਥੱਲੇ ਹੀ ਮੌਤ ਆ। ਕਹਿੰਦੇ ਖੁਸ਼ੀਆਂ ਰੱਖ ਲਈਏ, ਰੋਣਾ ਸੁੱਟ ਦਈਏ, ਉਹਦੇ ਥੱਲੇ ਹੀ ਖੁਸ਼ੀਆਂ ਦੇ ਗਮੀਆਂ ਨੇ। ਕਹਿੰਦੇ ਰਾਤ ਸੁੱਟ ਦਈਏ ਤੇ ਦਿਨ ਬਚਾ ਲਈਏ। ਦਿਨ ਦੇ ਵਿੱਚ ਰਾਤ, ਰਾਤ ਦੇ ਵਿੱਚ ਦਿਨ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ। ਕੌਣ ਬੁਝੇ ਬਿਦ ਜਾਣ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ। ਬੂਝੋ ਬ੍ਰਹਮ ਗਿਆਨ। ਹਰ ਬੰਦੇ ਅੰਦਰ ਔਰਤ ਹੈ, ਹਰ ਔਰਤ ਅੰਦਰ ਮਰਦ ਹੈ, ਕਿਉਂਕਿ ਮਰਦ ਤੇ ਔਰਤ ਤੋਂ ਹੀ ਸਰੀਰ ਆਇਆ ਹੈ। ਆਤਮਾ ਜਿਹੜੀ ਆ ਇਹ ਸ਼ਬਦ ਤੋਂ ਆਈ ਆ। ਸ਼ਬਦ ਦੇ ਨਾਲ ਹੀ ਸੰਸਾਰ ਦੀ ਉਤਪਤੀ, ਸ਼ਬਦ ਦੇ ਨਾਲ ਹੀ ਸੰਸਾਰ ਨਾਲ ਸੰਬੰਧ ਜੁੜਦਾ, ਸ਼ਬਦ ਨਾਲ ਹੀ ਪਰਮਾਤਮਾ ਦਾ ਮੇਲ ਹੁੰਦਾ ਹੈ। ਤਿੰਨ ਗੱਲਾਂ ਹਨ। ਸ਼ਬਦ ਤੋਂ ਹੀ ਸੰਸਾਰ ਦੀ ਉਤਪਤੀ ਹੋਈ, ਓਅੰਕਾਰ ਸ਼ਬਦ ਤੋਂ। ਓਅੰਕਾਰ ਸਭ ਕੀਓ ਪਸਾਰਾ। ਓਅੰਕਾਰ ਆਦਿ, ਓਅੰਕਾਰ ਆਦਿ ਆ, ਜਿੱਥੋਂ ਦੁਨੀਆ ਬਣੀ ਆ। ਕਥਨੀ ਅਨਾਦ ਆ। ਇਸ ਕਰਕੇ ਸੰਸਾਰ ਨਾਲ ਸੰਬੰਧ ਅੱਖਰਾਂ ਨਾਲ ਜੁੜਦੇ ਨੇ। ਆਪਾਂ 2 ਜਾਣੇ ਹੋਈਏ, 4 ਜਾਣੇ ਹੋਈਏ, ਬਹਿ ਜਾਈਏ ਇਕੱਠੇ ਹੋ ਕੇ, ਕੋਈ ਬੋਲੇ ਹੀ ਨਾ, ਸੰਬੰਧ ਕਿਵੇਂ ਜੁੜੇਗਾ? ਅੱਖਰਾਂ ਸਿਰ ਸੰਜੋਗ ਵਿਖਾਣ। ਸ਼ਬਦ ਦੇ ਨਾਲ ਹੀ ਸੰਬੰਧ ਜੁੜੇਗਾ। ਸ਼ਬਦ ਤੋਂ ਹੀ ਦੁਨੀਆ ਬਣੀ ਹੈ। ਸ਼ਬਦ ਨਾਲ ਹੀ ਪਰਮਾਤਮਾ ਨਾਲ ਪਿਆਰ ਪੈਦਾ ਹੁੰਦਾ ਹੈ, ਗੁਰੂ ਨਾਲ। ਸ਼ਬਦ ਗੁਰੂ ਸੁਰਤ ਤੁਮ ਚੇਲਾ। ਅੱਗੇ ਪੰਗਤੀ ਆ, ਸ਼ਬਦ ਪਰ ਕਿਹੜਾ ਹੈ ਇਹ ਵੀ ਸਾਨੂੰ ਦੇਖਣਾ ਪਵੇਗਾ। ਜੋ ਦਿਸੈ ਸੋ ਤੇਰਾ ਰੂਪ। ਜਿਨ੍ਹਾਂ ਵਾਹਿਗੁਰੂ ਸ਼ਬਦ ਜਪਿਆ, ਮੰਤਰ ਜਪਿਆ, ਉਹਨਾਂ ਨੂੰ ਸਾਰੇ ਵਾਹਿਗੁਰੂ ਦਾ ਰੂਪ ਹੀ ਲੱਗੇ ਨੇ। ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਵੱਡੇ ਕਰਮਾਂ ਦੇ ਨਾਲ, ਉੱਚੇ ਕਰਮਾਂ ਦੇ ਨਾਲ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਆ। ਜਿਨ ਜਪਿਆ ਤਿਸ ਕੋ ਬਲਹਾਰ। ਜਿਨ੍ਹਾਂ ਨੇ ਜਪਿਆ ਉਹ ਤੋਂ ਸਦਕੇ ਜਾਂਦੇ ਹਾਂ। ਕਿਉਂ? ਕਿਉਂਕਿ ਉਹਦਾ ਜਵਾਬ ਤਿਸ ਕੈ ਸੰਗ ਤਰੈ ਸੰਸਾਰ। ਉਹ ਇਕੱਲਾ ਨਹੀਂ ਤਰਿਆ, ਉਹਦੇ ਨਾਲ ਬਹੁਤ ਤਰੇ ਨੇ। ਕੋਈ ਪਿੰਡ ਦੇ ਵਿੱਚ ਗੁਰਮੁਖ ਹੋਵੇ, ਉਹ ਇਉਂ ਨਹੀਂ ਹੈਗਾ ਵੀ ਉਹ ਇਕੱਲਾ ਹੀ, ਅਤੇ ਜੇ ਉਹ ਇਕੱਲਾ ਕਰ ਰਿਹਾ ਉਹ ਤਪ ਆ। ਜੇ ਇਕੱਲਾ ਬੈਠਾ ਕੋਈ ਕਰ ਰਿਹਾ ਉਹ ਤਪ ਆ। ਅੱਖਾਂ ਮੀਟ ਕੇ ਸਿੱਧਾਂ ਦੇ ਵਾਂਗ। ਗੁਰਮੁਖ ਐਵੇਂ ਨਹੀਂ ਹੁੰਦੇ। ਗੁਰਮੁਖ ਆਪ ਜਪੈ ਅਵਰੈ ਨਾਮ ਜਪਾਵੈ। ਉਹਨੂੰ ਵੰਡ ਕੇ ਛਕਣ ਵਾਲਾ ਸਿਧਾਂਤ ਉਹਦੇ ਪੱਲੇ ਹੁੰਦਾ, ਉਹ ਵੰਡਦਾ ਹੈ। ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਆ
ਰੱਬ ਵਾਲੀ ਗੱਲ ਹੁੰਦੀ ਆ ਉਹਨੂੰ ਵੰਡਦਾ ਹੈ, ਜੋ ਧਰਮ ਲਈ ਚੰਗੀ ਹੁੰਦੀ ਆ। ਕਹੋ ਨਾਨਕ ਪ੍ਰਭ ਲੋਚਾਂ ਪੂਰ। ਹੇ ਵਾਹਿਗੁਰੂ, ਤੁਸੀਂ ਤਾਂ ਲੋਚਾਂ ਦੇ ਅਰਥ ਇੱਥੇ ਮਨੋਕਾਮਨਾਵਾਂ ਲਿਖੀਆਂ ਨੇ ਪ੍ਰੋਫੈਸਰ ਸਾਹਿਬ ਸਿੰਘ ਨੇ। ਤੁਸੀਂ ਤਾਂ ਮਨੋਕਾਮਨਾਵਾਂ ਵੀ ਪੂਰੀਆਂ ਕਰਨ ਵਾਲੇ ਹੋ। ਕੋਈ ਕੁਝ ਮੰਗੇ, ਪੁੱਤਰ ਦੀ ਦਾਤ ਮਹਾਰਾਜ ਦੋ, ਦੇ ਦਿੰਦੇ ਹੋ। ਗੁਰੂ ਅਰਜਨ ਦੇਵ ਜੀ ਕਹਿੰਦੇ ਦੁੱਧ ਦੀ ਦਾਤ ਕਹੋ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦੂਧ ਪੂਤ ਕੇ ਦੇਵਈਆ, ਰੋਗ ਸੋਗ ਕੇ ਮਿਟਈਆ, ਕਿਦੋਂ ਮਾਨੀ ਮਹਾਮਾਨ ਹੋ। ਦੁੱਧ ਦੀ ਕੋਈ ਦਾਤ ਮੰਗਦਾ ਦੇ ਦਿੰਦੇ ਹੋ, ਪੁੱਤਰ ਦੀ ਦਾਤ ਮੰਗਦਾ ਦੇ ਦਿੰਦੇ ਹੋ। ਕੋਈ ਕਹਿੰਦਾ ਮੈਨੂੰ ਠੀਕ ਕਰ ਦੇ ਵਾਹਿਗੁਰੂ, ਮੈਂ ਬਿਮਾਰ ਬਹੁਤ ਹਾਂ, ਠੀਕ ਵੀ ਕਰ ਦਿੰਦੇ ਹੋ। ਪਰ ਅਸੀਂ ਕੀ ਮੰਗਣ ਆਏ ਹਾਂ? ਸੰਤ ਜਨਾਂ ਕੀ, ਅਖੀਰਲੀ ਪੰਕਤੀ ਆ, ਸੰਤ ਜਨਾਂ ਕੀ ਬਾਛੋ ਧੂਰ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਦੁੱਧ ਪੁੱਤ ਇਹ ਚੀਜ਼ਾਂ ਨਹੀਂ ਮੰਗਦਾ, ਮੈਨੂੰ ਬਸ ਸਾਧੂਆਂ ਦੀ ਧੂੜੀ ਦੇ ਦਿਓ। ਦੁੱਧ ਪੁੱਤ ਇਹਨਾਂ ਚੀਜ਼ਾਂ ਦੀ ਬੰਦੇ ਨੂੰ ਲੋੜ ਹੈ, ਕਿਉਂਕਿ ਪੁੱਤੀ ਗੰਢ ਪਵੈ ਸੰਸਾਰ। ਸੰਸਾਰ ਨਾਲ ਅੱਗੇ ਪੀੜ੍ਹੀ ਨਾ ਪੀੜ੍ਹੀ ਜੁੜਦੀ ਆ, ਪਰ ਪੁੱਤ ਲੈ ਕੇ ਗੁਰੂ ਤੋਂ, ਦੁੱਧ ਲੈ ਕੇ ਗੁਰੂ ਤੋਂ ਉਹਨੂੰ ਭੁਲਾ ਦੇਣਾ, ਇਸ ਦੁਨੀਆ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ ਪਿਆਰੇ। ਦਾਤਾਂ ਲੈ ਕੇ ਉਹਨੂੰ ਵਿਸਾਰ ਦੇਣਾ ਤੇ ਫਿਰ ਇਹ ਦੁਨੀਆ ਦੀ ਸਭ ਤੋਂ ਵੱਡੀ ਮੂਰਖਤਾ। ਕਬੀਰ ਸਾਹਿਬ ਜੀ ਇਉਂ ਕਹਿੰਦੇ ਨੇ ਇਸ ਗੱਲ ਨੂੰ, ਕਹਿੰਦੇ ਮਨ ਜਾਣੈ ਸਭ ਬਾਤ। ਕਬੀਰ, ਹੇ ਕਬੀਰ, ਮਨ ਜਾਣੈ ਸਭ ਬਾਤ। ਮਨ ਸਾਰੀਆਂ ਗੱਲਾਂ ਜਾਣਦਾ, ਚੰਗੀਆਂ ਵੀ ਮਾੜੀਆਂ ਵੀ। ਬਾਣੀ ਪੜ੍ਹਨੀ ਇੱਕ ਚੰਗੀ ਗੱਲ ਆ, ਇਹਨੂੰ ਪਤਾ ਹੈ, ਤੇ ਉਹਦੀ ਯਾਦ ਬਿਨਾਂ ਦਿਨ ਲੰਘ ਜਾਣਾ ਬਹੁਤ ਮਾੜਾ, ਇਹ ਜਾਣਦਾ। ਪਰ ਕੀ ਕਰੀਏ, ਕਾਹੇ ਕੀ ਕੁਸਲਾਤ, ਕੀ ਕਰੀਏ। ਹਾਥ ਦੀਪ ਕੂਏ ਪਰੈ। ਕੂਆ ਕਹਿੰਦੇ ਨੇ ਖੂਹ ਨੂੰ, ਹਾਥ ਦੀਪ ਇਹਦੇ ਹੱਥ 'ਚ ਦੀਵਾ ਹੈ, ਡਿੱਗਣਾ ਇਹਨੇ ਖੂਹ 'ਚ ਹੀ ਆ। ਹਾਥ ਦੀਪ ਕੂਏ ਪਰੈ, ਮਨ ਜਾਣੈ ਸਭ ਬਾਤ। ਕਹਿੰਦੇ ਰਿਸ਼ਵਤ ਲੈਣੀ ਬਹੁਤ ਮਾੜੀ ਗੱਲ ਆ, ਪਤਾ ਵੀ ਆ ਲਈ ਵੀ ਜਾਣੀ। ਝੂਠ ਬੋਲਣਾ ਮਾੜੀ ਗੱਲ ਆ, ਪਤਾ ਵੀ ਆ ਬੋਲੀ ਵੀ ਜਾਣਾ। ਦਿਲ ਤੋੜਨਾ ਪਾਪ ਆ, ਤੋੜੀ ਵੀ ਜਾਣਾ। ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਬੰਦਗੀ ਕਰਨੀ ਆ ਪਰ ਕਰਨੀ ਨਹੀਂ, ਜਾਣਦਾ ਪਰ ਕਰਦਾ ਨਹੀਂ। ਜਾਣਤ ਹੀ ਔਗਣ ਕਰੈ। ਸਮੱਸਿਆ ਇਹ ਨਹੀਂ ਕਿ ਆਪਾਂ ਗਿਆਨੀ ਨਹੀਂ ਹਾਂ। ਕਬੀਰ ਸਾਹਿਬ ਜੀ, ਗੱਲ ਇਹ ਨਹੀਂ ਕਿ ਸਾਨੂੰ ਕੁਝ ਆਉਂਦਾ ਨਹੀਂ, ਗੱਲ ਇਹ ਆ ਜਾਣ ਬੁੱਝ ਕੇ। ਕਬੀਰ ਸਾਹਿਬ ਜੀ ਕਹਿੰਦੇ ਹੱਥ 'ਚ ਦੀਵਾ ਖੂਹ 'ਚ ਡਿੱਗਣਾ ਹੈ, ਇਹ ਮਨ ਇਵੇਂ ਕਰਦਾ ਹੈ। ਅਤੇ ਗੁਰੂ ਮਹਾਰਾਜ ਦਾ ਜਦੋਂ ਆਪਾਂ ਸੰਗ ਕਰਦੇ ਹਾਂ ਤਾਂ ਮਨ ਨੂੰ ਕੰਟਰੋਲ ਕਿਵੇਂ ਕਰਨਾ, ਉਹ ਘੋੜਾ ਜਿਹੜਾ ਬੇਕਾਬੂ ਹੋਇਆ ਹੈ ਉਹਦੇ ਵਾਂਗਾਂ ਪਾ ਕੇ ਉਹਨੂੰ ਰੋਕਣਾ ਕਿਵੇਂ ਆ ਅਤੇ ਚਲਾਉਣਾ ਕਿਵੇਂ ਆ। ਗੁਰੂ ਸਾਹਿਬ ਜੀ ਇਹੀ ਸਿੱਖਿਆ ਦਿੰਦੇ ਨੇ। ਪਤਾ ਕਿਉਂ? ਮਿਹਰਬਾਨ ਸਾਹਿਬ ਮਿਹਰਬਾਨ, ਉਹ ਮਿਹਰਬਾਨ ਨੇ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਬਹੁਤ ਸੋਹਣੀ ਗਾਥਾ ਹੈ। ਇਹ ਆਪਾਂ ਤਾਂ ਹੀ ਇਹ ਸਾਖੀਆਂ ਸੁਣਾਉਂਦੇ ਹਾਂ ਵੀ ਸਾਡਾ ਪਿਆਰ ਬਣ ਜੇ ਗੁਰੂ ਨਾਨਕ ਸਾਹਿਬ ਨਾਲ, ਕਿਉਂਕਿ ਇੱਕ ਸਾਖੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ, ਉਹਦੇ ਵਿੱਚ ਇੰਨੀ ਸਮਰੱਥਾ ਹੁੰਦੀ ਆ। ਗੁਰੂ ਨਾਨਕ ਸਾਹਿਬ ਜੀ ਇੱਕ ਸਥਾਨ 'ਤੇ ਚਲੇ ਗਏ ਜਿਹਨੂੰ ਪਹਿਲਾਂ ਗੋਰਖ ਮਤਾ ਕਿਹਾ ਜਾਂਦਾ ਸੀ। ਉੱਥੇ ਜੋਗੀ ਲੋਕ ਸਨ, ਸਿੱਧ ਲੋਕ ਸਨ, ਉਹ ਅੱਖਾਂ ਮੀਟਦੇ ਸੀ, ਧਿਆਨ ਲਾਉਂਦੇ ਸੀ। ਉਹਨਾਂ ਕੋਲ ਕੁਝ ਕਲਾ ਵੀ ਸੀ, ਜਿਵੇਂ ਕਹਿ ਲਈਏ ਮੈਜਿਕ ਸੀ ਉਹਨਾਂ ਕੋਲ। ਉਹ ਚੀਜ਼ ਕਰਕੇ ਦਿਖਾ ਸਕਦੇ ਸੀ ਜਿਹੜੀ ਹੁੰਦੀ ਤਾਂ ਨਹੀਂ ਸੀ, ਪਰ ਲੱਗਦੀ ਸੀ ਵੀ ਇਉਂ ਹੋ ਰਿਹਾ। ਅੱਜ ਐਸੇ ਜਾਦੂਗਰ ਨੇ ਫੋਰਨ ਕੰਟਰੀਆਂ ਵਿੱਚ ਵੀ, ਅਤੇ ਤੁਹਾਡੀਆਂ ਅੱਖਾਂ ਸਾਹਮਣੇ ਉਹ ਕਰ ਦੇਣਗੇ, ਤੁਹਾਨੂੰ ਲੱਗੂਗਾ ਵੀ ਇਹ ਹੋ ਕਿਵੇਂ ਗਿਆ। ਤਾਂ ਗੁਰੂ ਨਾਨਕ ਜੀ ਚਲੇ ਗਏ ਉਸ ਅਸਥਾਨ 'ਤੇ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੇ ਦੇਖਿਆ ਕਿ ਇਹ ਸਾਡੀ ਉਮਰ 150 ਸਾਲ, ਕਿਸੇ ਦੀ 200 ਸਾਲ, ਸਿੱਧ ਬਹੁਤ ਵੱਡੀ ਉਮਰ ਵਾਲੇ। ਗੁਰੂ ਨਾਨਕ ਸਾਹਿਬ ਜੀ ਬੜੇ ਛੋਟੇ, ਜਾਣ ਗਏ ਕਿ ਇਹਦੇ ਕੋਲ ਬੜੀ ਕਲਾ ਹੈ। ਕਹਿੰਦੇ ਇਉਂ ਨਾ ਕਰੀਏ, ਇਹਨੂੰ ਆਪਣੇ ਆਪ 'ਚ ਰਲਾ ਲਈਏ।
ਗੋਰਖ ਮਤਾ ਨਾਨਕ ਮਤਾ ਹੋ ਗਿਆ। ਗੋਰਖ ਮਤ ਦੇ ਲੋਕ ਨਾਨਕ ਮਤੇ ਦੇ ਹੋ ਗਏ। ਉਹਨਾਂ ਨੇ ਮਤ ਗੁਰੂ ਨਾਨਕ ਵਾਲੀ ਲੈ ਲਈ। ਸਿੱਧ ਕਹਿੰਦੇ ਹੁਣ ਇਹਨੂੰ ਆਪਣੇ 'ਚ ਰਲਾਈਏ ਜੇ ਤਾਂ ਪੰਥ ਨੂੰ ਅੱਗੇ ਲੈ ਕੇ ਜਾਣਾ। ਸਿੱਧੇ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਸਾਰੇ ਸਿੱਧ ਇਕੱਠੇ ਹੋ ਕੇ ਕਹਿਣ ਲੱਗੇ ਇਹ ਜਿਹੜਾ ਬਾਲੜਾ ਹੈ ਜਵਾਕ ਆ ਇਹਨੂੰ ਰਲਾਈਏ ਆਪਣੇ ਨਾਲ। 200 ਸਾਲ ਦੇ ਸੀ ਉਹ, ਕੋਈ 300 ਸਾਲ ਦਾ। ਗੁਰੂ ਨਾਨਕ ਜੀ ਦੀ ਉਮਰ ਉਦੋਂ ਛੋਟੀ ਸੀ ਤਾਂ ਉਹ ਬੱਚਾ ਹੀ ਕਹਿਣਗੇ। 200 ਸਾਲ ਦੇ ਬੰਦੇ ਸਾਹਮਣੇ 50 ਸਾਲ ਦਾ ਬਜ਼ੁਰਗ ਵੀ ਹੋਊਗਾ, ਉਹਨਾਂ ਨੂੰ ਬੱਚਾ ਹੀ ਲੱਗਣਾ। ਸਿੱਧੇ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਜੇ ਤਾਂ ਕਹਿੰਦੇ ਆਪਾਂ ਆਪਦਾ ਪੰਥ ਅੱਗੇ ਤੋਰਨਾ, ਗੁਰੂ ਨਾਨਕ ਨੂੰ ਸਿੱਧ ਬਣਾ ਲਓ। ਗੁਰੂ ਨਾਨਕ ਸਾਹਿਬ ਜੀ ਗਏ, ਕਹਿੰਦੇ ਬੜੀ ਪਿਆਸ ਲੱਗੀ ਆ ਜੀ। ਇੱਕ ਸਿੱਧ ਕਹਿੰਦਾ ਬੜੀ ਪਿਆਸ ਲੱਗੀ ਆ ਜੀ, ਪਾਣੀ ਪੀਣ ਦਾ ਦਿਲ ਆ। ਇਉਂ ਕਰੋ ਖੱਪਰ ਦਿੱਤਾ ਨਾਥ ਜੀ, ਪਾਣੀ ਪਰ ਲੇਵਣੇ ਉੱਠ ਜਾਲਾ। ਨਾਨਕ ਜੀ ਸਾਨੂੰ ਪਾਣੀ ਨੂੰ ਹੀ ਪਿਆ ਦਿਓ। ਖੱਪਰ ਦੇ ਦਿੱਤਾ, ਬਰਤਨ ਦੇ ਦਿੱਤਾ, ਪਾਣੀ ਪਿਆ ਦਿਓ ਸਾਨੂੰ। ਗੁਰੂ ਨਾਨਕ ਸਾਹਿਬ ਜੀ ਚਲੇ ਗਏ ਪਾਣੀ ਲੈਣ ਵਾਸਤੇ। ਕਹਿੰਦੇ ਸਾਹਮਣੇ ਇੱਕ ਨਦੀ ਵਗਦੀ ਆ, ਉਹਦੇ ਵਿੱਚੋਂ ਲਿਆਓ। ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਬੋਧ ਕਿਹੜਾ ਝੱਲੇ ਗੁਰੂ ਕੀ ਚਾਲਾ। ਉਹਨਾਂ ਪਤਾ ਕੀ ਕੀਤਾ, ਇੱਕ ਮੈਜਿਕ ਕਰ ਦਿੱਤਾ। ਨਦੀ ਵਿੱਚ ਪਾਣੀ ਨਹੀਂ ਸੀ, ਹੀਰੇ ਜਵਾਹਰਾਤ ਦੀ ਵਗ ਰਹੀ ਸੀ। ਹੀਰਿਆਂ ਦੀ ਨਦੀ ਵਗਾ ਦਿੱਤੀ। ਗੁਰੂ ਨਾਨਕ ਸਾਹਿਬ ਜੀ ਮੁੜ ਆਏ, ਖੱਪਰ ਖਾਲੀ ਸੀ। ਕਹਿਣ ਲੱਗੇ ਪਾਣੀ ਨਹੀਂ ਹੈਗਾ ਉੱਥੇ, ਵਾਪਸ ਆ ਗਏ ਹਾਂ, ਇਸ ਕਰਕੇ ਤਾਂ ਨਹੀਂ ਅਸੀਂ ਲੈ ਕੇ ਆਏ। ਸਿੱਧ ਕਹਿੰਦੇ ਪਾਣੀ ਨਹੀਂ ਹੈ, ਕੁਝ ਹੋਰ ਤਾਂ ਹੋਵੇਗਾ ਨਾ, ਉਹ ਲੈ ਆਉਂਦੇ। ਕਹਿੰਦੇ ਤੁਸੀਂ ਪਾਣੀ ਮੰਗਵਾਇਆ ਸੀ, ਪਾਣੀ ਦੀ ਲੋੜ ਸੀ ਤੇ ਉੱਥੇ ਪਾਣੀ ਨਹੀਂ ਸੀ ਤੇ ਮੈਂ ਮੁੜ ਆਇਆ ਹਾਂ। ਹੋਰ ਉੱਥੇ ਕੀ ਸੀ ਮੈਂ ਨਹੀਂ ਜਾਣਦਾ। ਪਾਣੀ ਨੇ ਮੈਂ ਲੈਣ ਗਿਆ ਸੀ, ਪਾਣੀ ਨਹੀਂ ਸੀ, ਪਰ ਪਾਣੀ ਨਾ ਹੋਣ ਦੇ ਕਰਕੇ ਪਾਣੀ ਨਹੀਂ ਸੀ ਤੇ ਮੈਂ ਮੁੜ ਆਇਆ। ਹੋਰ ਉੱਥੇ ਕੀ ਸੀ ਮੈਂ ਨਹੀਂ ਤੱਕਿਆ। ਤਾਂ ਉਹ ਕਹਿਣ ਲੱਗੇ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਕੀ ਚਾਲਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਮਹਾਰਾਜ ਨੂੰ ਭਰਮਾਉਣ ਨੂੰ ਫਿਰਦੇ ਸੀ ਕਿ ਪਤਾ ਨਹੀਂ ਇਹ ਖੱਪਰ ਹੀਰਿਆਂ ਦਾ ਭਰ ਲਿਆਉਣਗੇ। ਕਹਿੰਦੇ ਵਿਆਹੇ ਹੋਏ ਨੇ, ਇਹਨਾਂ ਦੇ 2 ਪੁੱਤਰ ਨੇ। ਜਿਹੜਾ ਵਿਆਹਿਆ ਬੰਦਾ ਹੋਵੇ, ਇਹਦੇ 2 ਨਿਆਣੇ ਹੋਣ, ਉਹਨੂੰ ਕਹਿੰਦੇ ਹੀਰਿਆਂ 'ਚ ਭਰਮਾਉਣਾ ਬਹੁਤ ਸੌਖਾ ਉਹ ਬੰਦੇ ਨੂੰ। ਉਹ ਕਹੂਗਾ ਹੀਰੇ ਲੈ ਲਾਂ ਮੈਂ, 4 ਇਕੱਠੇ ਕਰ ਲਾਂ ਤੇ ਮੇਰੀ ਪੀੜ੍ਹੀ ਨੂੰ ਕਮਾਉਣ ਦੀ ਲੋੜ ਨਾ ਪਵੇ। ਗੁਰੂ ਨਾਨਕ ਸਾਹਿਬ ਤਾਂ ਉਵੇਂ ਹੀ ਆ ਗਏ ਵਾਪਸ, ਫਰਕ ਹੀ ਨਹੀਂ ਪਿਆ ਉਹਨਾਂ ਨੂੰ ਕੋਈ। ਅੱਗੇ ਕਹਿੰਦੇ ਫਿਰ ਆਇਆ ਗੁਰਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨਾਲ ਵਿਚਾਰ ਕੀਤੀ, ਸ਼ਬਦ ਦੇ ਨਾਲ ਉਹਨਾਂ ਨੂੰ ਜਿੱਤਿਆ, ਸ਼ਬਦ ਦੇ ਨਾਲ ਉਹਨਾਂ ਤੇ ਫਤਿਹ ਪਾਈ ਆ। ਕੀ ਤੋਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਿੱਧ ਕਹਿਣ ਲੱਗੇ ਇਹ ਗ੍ਰਸਤੀ ਜੀਵਨ ਵਾਲਾ ਪਹਿਲੀ ਵਾਰ ਤੱਕਿਆ ਜਿਹਦੇ ਤੋਂ ਸਾਡੀ ਹਾਰ ਹੋਈ। ਗੁਰੂ ਮਹਾਰਾਜ ਕਹਿੰਦੇ ਇਹ ਜੀਵਨ ਪਰਿਵਾਰ ਵਾਲਾ ਬਹੁਤ ਉੱਚਾ ਹੈ। ਸਿੱਧ ਲੋਕੋ ਤੁਸੀਂ ਤਾਂ ਅੱਖਾਂ ਮੀਟ ਕੇ ਭਾਵੇਂ ਬੰਦਗੀ ਕਰਦੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਆ ਉਦੋਂ ਰੋਟੀਆਂ ਮੰਗਣ ਤੁਸੀਂ ਪਰਿਵਾਰ ਵਾਲਿਆਂ ਦੇ ਘਰੇ ਹੀ ਜਾਂਦੇ ਹੋ। ਫਿਰ ਉਹਨਾਂ ਕੇ ਘਰ ਮੰਗਣ ਜਾਈ, ਇਵੇਂ ਮਹਾਰਾਜ ਨੇ ਆਖਿਆ। ਉਹਨਾਂ ਦੇ ਘਰੋਂ ਰੋਟੀ ਮੰਗਦੇ ਹੋ, ਉਹਨਾਂ ਦੇ ਘਰੋਂ ਗਜਾ ਕਰਦੇ ਹੋ, ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਹੀ ਨਿੰਦਦੇ ਹੋ। ਰੋਟੀ ਵੀ ਉਹਨਾਂ ਦੇ ਘਰੋਂ ਖਾਂਦੇ ਹੋ, ਕਹਿੰਦੇ ਹੋ ਪਰਿਵਾਰ ਵਾਲੇ ਤਾਂ ਬਹੁਤ ਮਾੜੇ ਹੁੰਦੇ ਨੇ, ਉਹ ਨਹੀਂ ਬੰਦਗੀ ਕਰ ਸਕਦੇ, ਅਸੀਂ ਵੀ ਬੰਦਗੀ ਕਰ ਸਕਦੇ ਹਾਂ। ਗੁਰੂ ਮਹਾਰਾਜ ਕਹਿੰਦੇ ਬੰਦ ਕਮਰੇ 'ਚ ਦੀਵਾ ਤਾਂ ਸਿੱਧ ਲੋਕੋ ਹਰ ਕੋਈ ਜਗਾੜੂਗਾ। ਸਵਾਦ ਤਾਂ ਜੇ ਬਲਦੀ ਹੋਈ ਹਨੇਰੀ 'ਚ ਦੀਵਾ ਜਗਾ ਕੇ ਦਿਖਾਵੇ ਕੋਈ। ਇਵੇਂ ਪਰਬਤ 'ਤੇ ਤਾਂ ਅਸੀਂ ਵੀ ਆ ਕੇ ਬਹਿ ਜਾਵਾਂਗੇ, ਸੌਖਾ ਹੀ ਆ। ਘਰ ਛੱਡ ਦਿਓ, ਪਰਿਵਾਰ ਛੱਡ ਦਿਓ,
ਬਹਿ ਜਾਓ ਜਾ ਕੇ ਜੰਗਲ 'ਚ। ਜੰਗਲ ਜੰਗਲ ਕਿਆ ਭਵੇ ਫਰੀਦਾ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਆਨੰਦ ਤਾਂ ਹੈ ਘਰੇ ਰਹਿ, ਕਬੀਲਦਾਰੀ ਵੀ ਸਾਂਭ, ਉਹਦੇ ਵਿੱਚ ਨਾਮ ਜਪ। ਬੰਦ ਕਮਰੇ 'ਚ ਤਾਂ ਦੀਵਾ ਜਵਾਕ ਵੀ ਜਗਾ ਲੂਗਾ। ਸਵਾਦ ਤਾਂ ਹੈ ਕਿ ਬਲਦੀ ਹੋਈ ਹਨੇਰੀ ਵਿੱਚ ਕੋਈ ਦੀਵਾ ਬਾਲ ਕੇ ਦਿਖਾਵੇ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ। ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਪੈਦਾ ਹੋ ਕੇ ਚਿੱਕੜ ਤੋਂ ਉੱਪਰ ਹੋ ਜਾਂਦਾ। ਮੁਰਗਾਬੀ ਆ ਬੱਤਕ ਆ, ਰਹਿੰਦੀ ਪਾਣੀ 'ਚ, ਖੰਭ ਨਹੀਂ ਭਿੱਜਣ ਦਿੰਦੀ। ਰਹਿ ਕੇ ਪਰਿਵਾਰ 'ਚ ਕੋਈ ਸੰਨਿਆਸ ਲਵੇ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮੇਰਾ ਸਿੱਖ ਹੈ, ਉਹ ਮੇਰਾ ਸਿੱਖ ਆ। ਪਰ ਬਹੁਤ ਔਖਾ ਪਿਆਰਿਓ, ਬਹੁਤ ਔਖਾ ਹੈ ਕਾਰਜ। ਅਤੇ ਚਿੱਕੜ ਵਿੱਚ ਰਹਿ ਕੇ ਬੰਦੇ ਚਿੱਕੜ 'ਚ ਡੁੱਬ ਗਏ ਨੇ। ਕੋਈ ਤਰਦਾ ਹੈ, ਕੋਈ ਇਹਦੇ ਵਿੱਚੋਂ ਬਚਦਾ। ਗੁਰੂ ਨਾਨਕ ਦੀ ਜਿਹਦੇ 'ਤੇ ਮਿਹਰ ਹੋ ਜਾਂਦੀ ਆ। ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕੋ ਬਲਹਾਰ। ਤਿਸ ਕੈ ਸੰਗ ਤਰੈ ਸੰਸਾਰ। ਉਹ ਪੁਰਖ ਤਰਦਾ ਭਾਈ ਜਿਹ 'ਤੇ ਗੁਰੂ ਨਾਨਕ ਦੀ ਰਹਿਮਤ ਹੋ ਜੀ। ਨਹੀਂ ਬੰਦਾ ਸੋਨੇ ਚਾਂਦੀ ਕੋਠੀਆਂ ਗੱਡੀਆਂ ਇਹਨਾਂ ਤੋਂ ਇਲਾਵਾ ਕੁਝ ਸੋਚਦਾ ਨਹੀਂ ਹੈਗਾ। ਇੱਕ ਛੋਟੀ ਜਿਹੀ ਗਾਥਾ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਆ। ਇਵੇਂ ਹੀ ਇਕਾਗਰਤਾ ਬਣਾ ਕੇ ਰੱਖੋ। ਕਬੀਰ ਸਾਹਿਬ ਦੇ ਪੰਥ ਨੂੰ ਅੱਗੇ ਲਿਜਾਉਣ ਵਾਲੇ, ਅੱਗੇ ਚੜ੍ਹਦੀ ਕਲਾ 'ਚ ਰੱਖਣ ਵਾਲੇ ਸੰਤ ਤੁਕਾਰਾਮ ਜੀ ਹੋਏ ਨੇ। ਸੰਤ ਤੁਕਾਰਾਮ ਜੀ ਬਹੁਤ ਬੰਦਗੀ ਕੀਤੀ। ਅਤੇ ਸਾਡੇ ਤਾਂ ਮਤਲਬ ਅਸੀਂ ਕਹਿ ਸਕਦੇ ਹਾਂ ਗੁੱਸਾ ਕਰਕੇ ਸਰੀਰ ਟੇਢਾ ਹੋ ਜਾਂਦਾ, ਕ੍ਰੋਧ ਕਰਕੇ ਟੇਢਾ ਮੇਢਾ ਹੋ ਜਾਂਦਾ ਸਰੀਰ। ਭਾਵ ਬਜ਼ੁਰਗ ਹੋ ਗਏ ਅਸੀਂ, ਕਈ ਬੰਦਗੀ ਕਰਕੇ ਟੇਢੇ ਹੁੰਦੇ ਨੇ, ਕਈ ਐਸੇ ਜੀਵਨ। ਉਹਨਾਂ ਦੀ ਪਤਨੀ ਉਦੋਂ ਵੀ ਗਾਂਹ ਲੰਘ ਗਈ ਬੰਦਗੀ 'ਚ, ਘਰ ਵਾਲੀ ਉਦੋਂ ਵੀ ਗਾਂਹ ਲੰਘ ਗਈ। ਇੱਕ ਦਿਨ ਬੰਦਗੀ ਕਰਕੇ ਆ ਰਹੇ ਸੀ, ਰਸਤੇ ਦੇ ਵਿੱਚ ਦੇਖਿਆ ਰਾਜ ਕਿਸੇ ਦਾ ਸੋਨਾ ਡਿੱਗ ਪਿਆ ਕਿਤੇ। ਬਾਲ 'ਚ ਜਿਹੜੇ ਆਪਾਂ ਹੱਥਾਂ ਵਿੱਚ ਸੋਨਾ ਪਾਉਂਦੇ ਹਾਂ, ਕੰਨਾਂ ਵਿੱਚ ਪਾਉਂਦੇ ਹਾਂ, ਇੱਦਾਂ ਕੋਈ ਗਹਿਣਾ ਸੀ ਜ਼ਮੀਨ 'ਤੇ ਡਿੱਗਿਆ ਪਿਆ ਸੀ। ਤੁਕਾਰਾਮ ਜੀ ਦੇ ਪਿੱਛੇ ਸੀ ਉਹਨਾਂ ਦੀ ਪਤਨੀ। ਸੰਤ ਜੀ ਕਹਿਣ ਲੱਗੇ ਇਹ ਨਾ ਹੋਵੇ ਉਹਦੀ ਨਿਗਾਹ ਸੋਨੇ 'ਤੇ ਪੈ ਜੇ। ਕਈਆਂ ਦਾ ਸੁਭਾਅ ਹੁੰਦਾ ਸੋਨਾ ਦੇਖ ਕੇ ਚਿੱਤ ਕਰੇ ਆਉਂਦਾ ਪਾਉਣ ਨੂੰ। ਫਿਰ ਆਪਾਂ ਕਹਿੰਦੇ ਦੋ ਬੰਦਿਆਂ ਨੂੰ ਦਿਖਾ ਦਈਏ, ਜਿੰਨਾ ਸਮਾਂ ਦਿਖਾਈਏ ਨਾ ਰਸ ਨਹੀਂ ਬਣਦਾ। ਸੋਹਣਾ ਰਸ ਉਦੋਂ ਬਣਦਾ ਜਦੋਂ ਕਿਸੇ ਨੂੰ ਦਿਖਾਈਏ। ਕੋਠੀ ਵੀ ਉਦੋਂ ਰਸ ਬਣਦੀ ਆ ਜਦੋਂ ਚਾਰ ਬੰਦੇ ਆ ਕੇ ਕਹਿੰਦੇ ਨੇ ਬਹੁਤ ਸੋਹਣੀ ਬਣੀ, ਉਦੋਂ ਬੰਦੇ ਨੂੰ ਆਨੰਦ ਆਉਂਦਾ। ਸੰਤ ਕਹਿਣ ਲੱਗੇ ਇਹ ਨਾ ਹੋਵੇ ਮੇਰੀ ਪਤਨੀ ਸੋਨਾ ਦੇਖ ਲੇ ਅਤੇ ਇਹ ਚੱਕ ਕੇ ਪਾ ਲਵੇ ਅਤੇ ਗਵਾਂਢਣਾਂ ਨੂੰ ਦਿਖਾਉਂਦੀ ਫਿਰੇ ਅਤੇ ਬੰਦਗੀ ਕਰਨੀ ਭੁੱਲ ਜੇ। ਇਦੋਂ ਪਹਿਲਾਂ ਇਹ ਸਭ ਹੋਵੇ ਮਿੱਟੀ ਪਾ ਦਿਓ। ਪੈਰਾਂ ਦੇ ਨਾਲ ਉਹ ਗਹਿਣਾ ਜਿਹੜਾ ਪਿਆ ਸੀ ਮਿੱਟੀ ਪਾਉਣ ਲੱਗ ਗਈ। ਉਹ 4 ਕਦਮ ਪਿੱਛੇ ਸੀ। ਆਈ ਕਹਿਣ ਲੱਗੀ ਆਹ ਕੀ ਕਰੀ ਜਾਂਦੇ ਹੋ ਸੰਤ ਤੁਕਾਰਾਮ ਜੀ, ਆਹ ਕੀ ਕਰਦੇ? ਮਿੱਟੀ 'ਤੇ ਮਿੱਟੀ ਪਾਈ ਜਾਂਦੇ। ਮਿੱਟੀ 'ਤੇ ਮਿੱਟੀ ਪਾਉਣ ਦੀ ਕੋਈ ਲੋੜ ਨਹੀਂ। ਭਾਵ ਕੀ ਕਹਿਣ ਲੱਗੇ ਸੰਤ ਤੁਕਾਰਾਮ, ਕਹਿੰਦੇ ਤੂੰ ਤਾਂ ਮੇਰੇ ਤੋਂ ਵੀ ਅੱਗੇ ਲੰਘ ਗਈ। ਇਸਤਰੀਆਂ ਭਾਵੇਂ ਸੰਤ ਨਹੀਂ ਹੋਈਆਂ, ਪਰ ਜਦੋਂ ਹੋਈਆਂ ਉਦੋਂ ਇਹਨਾਂ ਦੀ ਅਵਸਥਾ ਬਹੁਤ ਉੱਪਰ ਲੰਘੀ ਆ। ਇਸ ਕਰਕੇ ਸੰਤਾਂ ਨੂੰ ਜਨਮ ਦੇਣ ਵਾਲੀਆਂ ਨੇ ਕਹਿੰਦੇ ਤੂੰ ਤਾਂ ਮੇਰੇ ਤੋਂ ਵੀ ਅੱਗੇ ਲੰਘ ਗਈ। ਸੋਨਾ ਮੈਨੂੰ ਸੋਨਾ ਦਿਖ ਰਿਹਾ, ਤੈਨੂੰ ਮਿੱਟੀ ਦਿਖ ਰਿਹਾ। ਇਹ ਅਵਸਥਾ ਪਿਆਰਿਓ, ਕੋਠੀ ਹੋਣੀ ਬਹੁਤ ਚੰਗੀ ਗੱਲ ਆ, ਸੋਹਣਾ ਮਕਾਨ ਤੁਹਾਡੇ ਕੋਲ ਹੋਵੇ, ਸੋਹਣੀ ਗੱਡੀ ਹੋਵੇ, ਸੋਹਣੇ ਕੱਪੜੇ ਹੋਣ, ਪਰ ਜੇ ਤੁਸੀਂ ਇਹ ਕਰਕੇ ਉਹ ਸਾਜਣ ਵਾਲੇ ਨੂੰ ਭੁੱਲ ਜਾਂਦੇ ਹੋ ਤਾਂ ਮਾਫ਼ ਕਰਨਾ, ਫਿਰ ਇਹ ਦੁਨੀਆ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਤੁਹਾਨੂੰ ਸਾਜਣ ਵਾਲਾ ਤੁਹਾਡੇ 'ਤੇ ਕਿਰਪਾ ਕਰਦਾ ਰਹੇ, ਇਹਦੇ ਤੋਂ ਬਿਨਾਂ ਬਾਕੀ ਮੈਂ ਜੋ ਕਹਾਂਗਾ ਬੇਫਾਇਦਾ ਅਫਸਾਨਾ ਜਾਂ ਕਹਾਣੀ ਹੋਵੇਗਾ। ਤੁਹਾਨੂੰ ਬਣਾਉਣ ਵਾਲਾ, ਤੁਹਾਨੂੰ ਸਾਜਣ ਵਾਲਾ ਤੁਹਾਡੇ 'ਤੇ ਕਿਰਪਾ ਕਰਦਾ ਰਹੇ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ। ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਆਪਣੇ ਸੁਭਾਅ ਨੂੰ ਚੰਗਾ ਬਣਾਈਏ। ਇਸ ਕਰਕੇ
ਗੁਰੂ ਦੀ ਸਾਨੂੰ ਲੋੜ ਹੈ। ਆਓ ਰਲ ਕੇ ਪਿਆਰ ਦੇ ਨਾਲ ਵਾਹਿਗੁਰੂ ਕਹੀਏ, ਸਦਾ ਸੁਖੀ ਰਹੀਏ। ਵਾਹਿਗੁਰੂ ਜਪੀਏ, ਕਦੇ ਵੀ ਨਾ ਅੱਕੀਏ। ਵਾਹਿਗੁਰੂ ਜਪੀਏ, ਕਦੇ ਵੀ ਨਾ ਥੱਕੀਏ। ਪਿਆਰਿਓ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜ਼ਿੰਦਗੀ ਨੂੰ ਜੋੜਨ ਦਾ ਇੱਕ ਉਪਰਾਲਾ ਕਰੀਏ ਜੀ। ਗੁਰੂ